पाकिस्तान भारत ਵਿੱਚ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਪਿਛਲੇ ਲਗਭਗ 42 ਵਰਿਆਂ ਦਾ ਖਿਲਰਿਆ ਇਤਿਹਾਸ ਸਮੇਂ ਦੇ ਨਾਲ ਪ੍ਰਬੰਧਕਾਂ ਅਤੇ ਸ਼ਾਮਲ ਬੁੱਧੀਜੀਵੀਆਂ ਦੇ ਚੇਤਿਆਂ ਚੋਂ ਵਿਸਰਦਾ ਜਾ ਰਿਹਾ। ਇਹ ਅਮੀਰ ਵਿਰਾਸਤ ਅਣਗੌਲੀ ਅਤੇ ਅਡਿੱਠ ਹੁੰਦੀ ਰਹੀ। ਯੂਨੀਵਰਸਿਟੀਆਂ ਤੇ ਅਕੈਡਮੀਆਂ ਜੋ ਕੰਮ 41 ਸਾਲਾਂ ਦੇ ਸਮੇਂ ਵਿੱਚ ਨਾ ਕਰ ਸਕੀਆਂ, ਉਸ ਅਣਗੌਲੇ ਅਤੇ ਔਖੇ ਵਿਸ਼ੇ ਤੇ ਪਹਿਲੀ ਵਾਰ ਅਰਵਿੰਦਰ ਢਿੱਲੋਂ ਨੇ ਲੰਬੀ ਖੋਜ ਡੂੰਘੇ ਅਧਿਐਨ ਨਾਲ ਇਸ ਵਿਸ਼ੇ ਤੇ ਕੰਮ ਕਰਕੇ ਇੱਕ ਇਤਿਹਾਸ ਸਿਰਜਿਆ। ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਪੁਸਤਕ ਅਰਵਿੰਦਰ ਢਿੱਲੋਂ ਦੀ ਸੂਝ, ਸਿਆਣਪ ਅਤੇ ਦੂਰਅੰਦੇਸ਼ੀ, ਉਸ ਦੀ ਖੋਜਾਤਮਕ ਬਿਰਤੀ ਅਤੇ ਉਸ ਦੇ ਅਕਾਦਮਿਕ ਮਿਆਰ ਦਾ ਨਤੀਜਾ ਹੈ। ਇਸ ਪੁਸਤਕ ਬਾਰੇ ਗੱਲ ਕਰਨ ਲੱਗਿਆਂ ਡਾਕਟਰ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਸਾਹਿਬ ਦੀ ਟਿੱਪਣੀ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਪਿਛਲੇ 4 ਦਹਾਕਿਆਂ ਦਾ ਖਿਲਰਿਆ ਇਤਿਹਾਸ ਲਿਖਣਾ ਬਹੁਤ ਵੱਡਾ ਖੋਜ ਭਰਪੂਰ ਕਾਰਨ ਸੀ। ਇਸ ਨੂੰ ਸੰਪੂਰਨ ਕਰਕੇ ਉਸ ਨੇ ਆਪਣੀ ਪ੍ਰਤਿਭਾ ਅਤੇ ਆਪਣੀ ਖੋਜੀ ਬਿਰਤੀ ਦੇ ਨਾਲ ਆਪਣੀ ਕਾਬਲੀਅਤ ਦਾ ਪ੍ਰਮਾਣ ਦਿੱਤਾ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਲਿਖ ਕੇ ਉਸਨੇ ਆਪਣੀ ਖੋਜ ਭਰਪੂਰ ਰਚਨਾਤਮਕ ਦ੍ਰਿਸ਼ਟੀ ਅਤੇ ਕਲਾ ਰੌਸ਼ਨਤਾ ਨਾਲ ਸੱਚਮੁੱਚ ਇੱਕ ਇਤਿਹਾਸ ਸਿਰਜ ਦਿੱਤਾ। ਇਹ ਖੋਜ ਉਸ ਦੀ ਆਪਣੀ ਸਿਰਜਣਾਤਮਕ ਅਤੇ ਬੌਧਿਕ ਸਮਰੱਥਾ ਦਾ ਪੁਖਤਾ ਪ੍ਰਮਾਣ ਪੇਸ਼ ਕਰਦੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹਾ ਕਾਰਜ ਕਰਕੇ ਉਸ ਨੇ ਇਤਿਹਾਸ ਦੇ ਖਿਲਰੇ ਪੰਨੇ ਹੀ ਨਹੀਂ ਸਾਂਭੇ, ਸਗੋਂ 40 ਸਾਲਾਂ ਦੌਰਾਨ ਹੋਈਆਂ ਕਾਨਫਰੰਸਾਂ ਦੀ ਗੁਆਚੀ ਸ਼ਾਨ ਮੁੜ ਤੋਂ ਸੁਰਜੀਤ ਕਰ ਦਿੱਤੀ ਹੈ। ਪੁਸਤਕ ਦੇ ਸਰਵਰਕ ਦੀ ਖੂਬਸੂਰਤੀ ਪਹਿਲੀ ਨਜ਼ਰੇ ਸੰਸਾਰ ਦੇ ਵਿੱਚ ਹੋਈਆਂ ਪ੍ਰਮੁੱਖ ਕਾਨਫਰੰਸਾਂ ਦਰਸਾਉਂਦੀ ਹੈ। ਪਹਿਲੇ ਭਾਗ ਦੇ ਵਿੱਚ ਪ੍ਰਮੁੱਖ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਨਜ਼ਰਸਾਨੀ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਇੱਕ ਨਜ਼ਰ ਨਾਲ ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ 1980 ਤੋਂ ਲੈ ਕੇ ਹੁਣ ਤੱਕ ਹੋਈਆਂ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀਆਂ ਕਾਨਫਰੰਸਾਂ ਸੰਬੰਧੀ ਜਾਣਕਾਰੀ ਮਿਲਣ ਦੇ ਨਾਲ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਦੇ ਨਾਵਾਂ ਅਤੇ ਇਹਨਾਂ ਕਾਨਫਰੰਸਾਂ ਦੇ ਵਿਸ਼ਿਆਂ ਸੰਬੰਧੀ ਪਤਾ ਲੱਗਦਾ ਹੈ। ਪੁਸਤਕ ਦੇ ਦੂਸਰੇ ਭਾਗ ਵਿੱਚ 1980 ਇੰਗਲੈਂਡ, 1983 ਭਾਰਤ ਅਤੇ ਥਾਈਲੈਂਡ, 1986 ਪਾਕਿਸਤਾਨ, 1997 ਅਮਰੀਕਾ, 2003 ਇੰਗਲੈਂਡ, 2009, 2011, 2015, 2017, 2019 ਕੈਨੇਡਾ ਵਿਚਲੀਆਂ ਕਾਨਫਰੰਸਾਂ ਅਤੇ ਪਾਕਿਸਤਾਨ ਅਤੇ ਵੱਖ-ਵੱਖ ਮੁਲਕਾਂ ਵਿੱਚ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਸੰਬੰਧੀ ਪਤਾ ਲੱਗਦਾ ਹੈ। ਇਸ ਪੁਸਤਕ ਵਿੱਚ ਸ਼ਾਮਲ ਬਹੁਮੁੱਲੀ ਜਾਣਕਾਰੀ ਦੇ ਨਾਲ ਉਹਨਾਂ ਕਾਨਫਰੰਸਾਂ ਸੰਬੰਧੀ ਦੁਰਲਭ ਤਸਵੀਰਾਂ ਅਤੇ ਤਵਾਰੀਖਾਂ ਸਮੇਤ ਇੱਕ ਇਤਿਹਾਸਕ ਦਸਤਾਵੇਜ਼ ਵਜੋਂ ਸ਼ਾਮਲ ਕੀਤੀਆਂ ਗਈਆਂ ਨੇ। ਇਹ ਤਸਵੀਰਾਂ ਅਜਿਹਾ ਖਜ਼ਾਨਾ ਨੇ ਜੋ ਹੁਣ ਤੱਕ ਅੱਖੋਂ ਪਰੋਖੇ ਰਹੀਆਂ। ਅਰਵਿੰਦਰ ਢਿੱਲੋਂ ਨੇ ਸੱਚਮੁੱਚ ਸਮੁੰਦਰ ਵਿੱਚੋਂ ਚੁੱਪੀ ਮਾਰ ਕੇ ਮੋਤੀ ਚੁਗਣ ਜਿਹੇ ਕਾਰਜ ਕਰਨ ਤੇ ਸੰਸਾਰ ਦੇ ਵੱਖ-ਵੱਖ ਕੋਨਿਆਂ ਤੋਂ ਨਿੱਜੀ ਸਾਧਨਾਂ ਨਾਲ ਇਹ ਤਸਵੀਰਾਂ ਪ੍ਰਾਪਤ ਕੀਤੀਆਂ ਨੇ। ਇੱਕ ਅਚੰਭਾ ਪ੍ਰਤੀਤ ਹੁੰਦਾ ਹੈ। ਅਕਸਰ ਕਾਨਫਰੰਸਾਂ ਕਰਾਉਣ ਵਾਲੇ ਪ੍ਰਬੰਧਕ ਨਜ਼ਰਅੰਦਾਜ਼ ਹੋ ਜਾਂਦੇ ਨੇ। ਇਹ ਪੁਸਤਕ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹਨਾਂ ਪ੍ਰਬੰਧਕਾਂ ਵੱਲੋਂ ਕੀਤੇ ਯਤਨ ਅਤੇ ਉਹਨਾਂ ਦੇ ਵਡਮੁੱਲੇ ਕਾਰਜ ਅਤੇ ਉਹਨਾਂ ਦੀ ਸੋਚ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਪ੍ਰਬੰਧਕ ਦੁਨੀਆ ਦੀਆਂ ਨਜ਼ਰਾਂ ਵਿੱਚ ਨਹੀਂ ਆਉਂਦੇ ਜਾਂ ਸਮੇਂ ਦੇ ਨਾਲ ਲੋਕ ਇਹਨਾਂ ਨੂੰ ਭੁਲਾ ਜਾਂਦੇ ਨੇ। ਅਰਵਿੰਦਰ ਢਿੱਲੋਂ ਨੇ ਇਹਨਾਂ ਪ੍ਰਬੰਧਕਾਂ ਦੇ ਜਜ਼ਬੇ, ਹੌਸਲੇ ਅਤੇ ਉਹਨਾਂ ਦੀ ਪੰਜਾਬੀ ਪ੍ਰਤੀ ਸੇਵਾਵਾਂ ਬਾਰੇ ਬਹੁਤ ਖੂਬਸੂਰਤੀ ਨਾਲ ਉਹਨਾਂ ਦੇ ਰੇਖਾ ਚਿੱਤਰ ਪੇਸ਼ ਕੀਤੇ ਹਨ। ਸੰਸਾਰ ਦੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ 1980 ਵਿੱਚ ਇੰਗਲੈਂਡ ਵਿੱਚ ਕਰਾਉਣ ਵਾਲੇ ਰਣਜੀਤ ਧੀਰ ਨੇ ਇਹ ਪਹਿਲਾ ਯਤਨ ਕੀਤਾ ਅਤੇ ਕਾਮਯਾਬ ਵੀ ਰਿਹਾ। ਉਹਨਾਂ ਨੇ ਲੀਹ ਪਾਈ, ਉਹਨਾਂ ਵੱਲੋਂ ਚੁੱਕਿਆ ਕਦਮ ਇੱਕ ਇਤਿਹਾਸ ਬਣ ਗਿਆ। ਇਸ ਤੋਂ ਬਾਅਦ ਡਾਕਟਰ ਵਿਸ਼ਵਨਾਥ ਤਿਵਾੜੀ, ਸ਼੍ਰੀ S.H. ਹੰਸਪਾਲ, ਚਰਨਜੀਤ ਸਿੰਘ ਬਾਜ, ਦਰਸ਼ਨ ਸਿੰਘ ਧਾਲੀਵਾਲ, ਅਮੀਨ ਮਲਿਕ, ਅਜੈਬ ਸਿੰਘ ਚੱਠਾ ਆਦਿ ਸ਼ਖਸੀਅਤਾਂ ਬਾਰੇ ਖੂਬਸੂਰਤ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ। ਇਸ ਪੁਸਤਕ ਵਿੱਚ ਸ਼ਾਮਲ ਇਤਿਹਾਸ ਦੇ ਪੰਨੇ ਨੇ ਜਿਨ੍ਹਾਂ ਦਾ ਕੋਈ ਦਸਤਾਵੇਜ਼ ਨਹੀਂ ਸੀ ਮਿਲਣਾ। ਅਰਵਿੰਦਰ ਢਿੱਲੋਂ ਨੇ ਇਹਨਾਂ ਇਤਿਹਾਸਿਕ ਖਿਲਰੇ ਪੰਨਿਆਂ ਨੂੰ ਸਾਂਭਿਆ ਹੀ ਨਹੀਂ, ਸਗੋਂ ਇੱਕ ਇਤਿਹਾਸ ਸਿਰਜਿਆ ਹੈ।
जय पंजाबी। प्यारिओ, पंजाबी सारिਆਂ दी है, इस करके मेरी बहुत निमरता सहित बेनती है जी मैं पिछली बारी भी की सी कि पंजाबी नूं आपां सिर्फ सिक्खी जां किसी एक धर्म नाल ना बनीए, क्योंकि ये सारिਆਂ दी आस्तिक नास्तिक जिहड़े धर्मां नूं नहीं भी किसी भी धर्म नूं नहीं मानते, ये उन्हां दी भी हैगी। मैं चेयरमैन अजायब सिंह चट्ठा जी, हरदयाल सिंह चीता जी, सरदूर सिंह खियाड़ा जी, संतोख सिंह संधू जी ते प्रधान तरलोचन सिंह जी अगवाल इन्हां सारिਆਂ ਨੂੰ नामधारी संगत वालों बहुत बधाई कि 15 सालों तो एडा वधिया कारज मात भाषा नूं प्रफुल्लित करने वास्ते कर रहे हैं, उन्होंने बहुत बधाई। सानू सतगुरु राम सिंह सच्चे पातशाह ने हुक्म किया सी नामधारियों नूं कि हर बच्चे बच्ची नूं होश आउंदी नाल गुरमुखी अखर पढ़ाओ। गुरमुखी तो साडी लिपि है, सिर्फ बोली तो पंजाबी है। इस करके आप जी सारिਆਂ ਨੂੰ बेनती है कि आप जी भी बच्चों नूं पंजाबी पढ़ाओ। ਅਤੇ ਜਿਵੇਂ ਕਾਇਦਾ ਨੂਰ ਬਣਾ ਰਹੇ ਨੇ, ਚੱਠਾ ਸਾਹਿਬ ਨੇ ਦੱਸਿਆ ਸੀ, ਬਹੁਤ ਸ਼ਲਾਘਾਯੋਗ ਉਦਮ ਹੈ। ਅਖੀਰਲੀ ਬੜੀ ਕੌੜੀ ਜੀ ਗੱਲ ਆਖਣ ਲੱਗਾ, ਮੁੜ ਕੇ ਮੈਂ ਭੱਜ ਜਾਵਾਂਗਾ ਜੇ ਆਖੋਗੇ ਤੇ। ਬੇਨਤੀ ਹੈ ਕਿ ਆਪਾਂ ਸਾਰਿਆਂ ਦਾ ਜੀ ਕਰਦਾ ਹੈ ਕਿ ਸਾਡੀ ਮਾਤ ਭਾਸ਼ਾ ਜਿਉਂਦੀ ਰਵੇ ਤੇ ਪ੍ਰਫੁੱਲਿਤ ਹੋਵੇ, ਪਰ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਮੁੱਢ नहीं फड़ रहे, आपां नूं मुੱਢ फड़न की लोड़ है। मुੱਢ हैगा कि हर जीव हर मनुख उहो ही काम करता है, उस भाषा की वरतों करता जिहड़ी उहदी लोड़ पूरी करे, जिहड़ी लोड़ ना पूरी करे उहनूं कोई नहीं वरतदा। अज साडी मात भाषा पंजाबी बहुत हद तक साडियां लोड़ां नहीं पूरियां करती पई, सानूं धक्का ला के इहनूं प्रफुल्लित जिउंदे रखण की लोड़ पै रही है। क्यों? क्योंकि साडी लोड़ नहीं पूरी कर रही। ते लोड़ कौन साडी पूरी करती है? सदा ही संसार दे विच सदा ही है जिहड़ी राज भाषा होवे। अज राज भाषा किहड़ी है? इंग्लिश। इंग्लिश नूं बचाउण वास्ते सानूं किसी नूं मेहनत नहीं करनी पैंदी, किसी नूं जिउंदे रखण लई प्रफुल्लित करन लई मेहनत नहीं करनी पैंदी। आपां सारे अंग्रेजी बोल के चौड़े हुंदे आ, साडे नियाणे तो दुगने चौड़े होंदे ने। क्यों? क्योंकि समाज प्रवान होना है। जे उत्थे अपनी मात भाषा बोलणगे तो लोग उन्हां नाल टेढ़ी अख नाल वेखणगे। इस करके संखेप दे विच बेनती है, जे अपनी मातर भाषा नूं जिउंदे रखना है, जे इहनूं प्रफुल्लित करना है, तो मातर भाषा नूं राज भाषा बनाओ, जिथे पंजाबियां दा राज होवेगा, जिथे पंजाबी मात भाषा साडी लोगों की लोड़ पूरी करेगी, केवल ते केवल ते केवल उत्थे साडी मात भाषा जिउंदी रहेगी। और नहीं तो तुसीं जिथे मैक्सीको चले जाओ, उत्थे स्पैनिश राज भाषा, उत्थे भी तुहाडी मां बोली नहीं जिउंदी रह सकती। जे असीं जो कोशिश करते हैं बहुत चंगी गल है, परंतु तुहानूं पता साडे बच्चे उन्हां चेर ही पंजाबी बोलते हैं जिन्हां चेर साडे तो डरदे ने, अते बाकी उस तो वड्डे हो के फिर उही हवा च भी हो जाती। एक गल। दूसरी गल, असी कितना जोर ला लीए, असी इस उस एक गर्म बाल्टी पानी गर्म पानी की बाल्टी के एक बर्फ की डली वांगू हैगे आ, जिहड़ी कि खुरती जा रही है। साडी मात भाषा च असी खुरती जा रहे हैं। चिट्टियां दाड़ियां वाले बैठे ने, किन्ने बच्चे आए ने, ते इस करके सज्जनों असी जिउंदे रहना है तो केवल 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 राज भाषा बना के ही जिउंदे रह सकते हैं, कोई चारा नहीं संसार दे विच। सो मेरिया बड़ियां कौड़ियां गल्लां ने, ते मैनूं उन्होंने हुक्म किया सी 5 मिनट दे विच, ते मैं उहदे विच ही समाप्त करता। अपनी माँ बोली नूं राज भाषा बनाओ, और साडे बच्चों का प्रोनंसीएशन बदल गया है, उन्होंने उच्चारण बदल गया है, इत्थों तक हो गया है। असीं ढिल्लों नूं ढिल्लण आखना पसंद करते हैं, क्योंकि ढिल्लों आख्या मैनूं शर्म आउंदी है। ढिल्लण आख्या मैं अंग्रेजी में हर तेज ऐरी हो गया, क्योंकि असीं प्रवान होना समाज से साडी लोड़ है। इन्हां शब्दां नाल ही मैं समाप्त करदा। सारे ही आखो धੰਨ सतगुरु नानक देव सच्चे पातशाह। बाबा जी बहुत बहुत धन्यवाद। बाबा जी की बहुत ही डूंघी गल्लां बातां पंजाबी लैंगुएज कीतियां हन, पंजाबी बोली दी कीतियां हन।
ਅਸੀਂ ਬਾਬਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰੂੰਗਾ, ਮੁਕਾਤਾ ਉਹਦਾ ਵੱਖਰਾ ਧੰਨਵਾਦ ਕਰ ਦਿਓ, ਨਹੀਂ ਤੇ ਮੈਂ ਗੁੱਸੇ ਹੋ ਜਾਵਾਂ। ਪਹਿਲੀ ਵਾਰ ਬਾਬਾ ਜੀ ਨੇ ਟੈਂਸ਼ਨ ਮੁਕਾਇਆ ਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਮੈਂ ਕਹਿ ਬਾਬਾ ਜੀ, ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਜੀ। ਬਾਬਾ ਜੀ ਦੀ ਸਾਰੀ ਟੀਮ ਨੇ 3 ਦਿਨ ਹੀ ਲੰਗਰ ਵਰਤਾਉਣਾ ਜੀ ਇੱਥੇ। ਚੀਤਾ ਸਾਹਿਬ ਉਹਦੇ ਮੁਖੀਆ, ਤੇ ਇਹਦੇ ਨਾਲ ਹੀ ਜਿਹੜਾ ਅੱਜ ਸ਼ਾਮ ਦਾ ਲੰਗਰ ਆ, ਉਹ ਪਿੱਛੇ ਤਜਿੰਦਰ ਸਿੰਘ ਚੀਮੇ ਪਾਸੇ ਸਰਦਾਰ ਜੀ ਬੈਠੇ ਹਨ, ਹੈ ਤਾਂ ਕਲੀਨਸ਼ੀਪ ਵੀ, ਪਰ ਸਰਦਾਰ ਜੀ ਕੱਲ੍ਹ ਆਪਾਂ ਤੀਰਥ ਸਿੰਘ ਜੀ ਦਿਓਲ, ਪਰਮਜੀਤ ਦਿਓਲ, ਅੱਜ ਸ਼ਾਮ ਦਾ ਜਿਹੜਾ ਚੱਲ ਰਿਹਾ ਜੀ 100 ਰਦਰ ਫਲੋਰ ਤੇ 2nd ਫਲੋਰ ਤੇ ਸਾਡੇ ਆਫਿਸ ਵਿੱਚ ਆ। ਤੇ ਦਿਓਲ ਸਾਹਿਬ ਦਾ, ਪਰਮਜੀਤ ਦਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਇੱਕ ਵੱਡੇ ਕੰਮ ਵਿੱਚ ਵੱਡਾ ਉਪਰਾਲਾ ਕੀਤਾ ਹੈ। ਨਾਲ ਨਾਲ ਪਰਮਜੀਤ ਦਾ ਹੋਰ ਵੀ ਧੰਨਵਾਦ ਆ ਕਿ ਜਿਨ੍ਹਾਂ ਨੇ ਸਾਡੇ ਪਾਸ ਡਾਕਟਰ ਗੁਰਸ਼ਨ ਕੌਰ ਦਿਓਲ ਜੋ ਕਿ ਮਾਸਟਰ ਜੀ ਹਨ, ਉਹਨਾਂ ਨੂੰ ਇੱਥੇ ਲਿਆਂਦਾ ਹੈ, ਉਹਨਾਂ ਦੇ ਦਰਸ਼ਨ ਕਰਾਏ ਹਨ। ਮੈਂ ਡਾਕਟਰ ਗੁਰਸ਼ਨ ਕੌਰ ਨੂੰ ਬੇਨਤੀ ਕਰੂੰਗਾ ਕਿ ਉਹ ਕੁਝ ਮਿੰਟਾਂ ਲਈ ਤੁਹਾਡੇ ਸਾਰਿਆਂ ਦੇ ਸਨਮੁਖ ਹੋਣ। ਡਾਕਟਰ ਗੁਰਸ਼ਨ ਕੌਰ ਜੀ। ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਹੁਤ ਖੁਸ਼ ਹਾਂ, ਮੈਂ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਆਈ ਹਾਂ ਤੇ ਤੀਰਥ ਸਿੰਘ ਦਿਓਲ ਜੀ ਮੇਰੇ ਚਾਚਾ ਜੀ ਆ, ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਇਹ ਮਾਣ ਬਖਸ਼ਿਆ ਕਿ ਮੈਂ ਆਪਣੇ ਭਾਈਚਾਰੇ ਦੇ ਵਿੱਚ ਮੱਥੇ ਲੱਗ ਸਕਾਂ, ਆਪਣੇ ਭੈਣ ਭਰਾਵਾਂ ਦੇ। ਤੇ ਬੜੀ ਖੁਸ਼ੀ ਹੋਈ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਆ ਕੇ ਕਿ ਆਪਣੇ ਨਿਆਣਿਆਂ ਨੂੰ, ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਦੇ ਨਾਲ ਜੋੜਨ ਦੀ ਤੇ ਆਪਣੀ ਸੱਭਿਅਤਾ ਦੇ ਵਿੱਚ, ਸੱਭਿਆਚਾਰ ਦੇ ਵਿੱਚ ਬਣਾ ਕੇ ਰੱਖੇ ਜਾਣ ਦੀ ਇੱਕ ਬੜੀ ਚੰਗੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਰੇ ਬੜਾ ਹੀ ਵਧੀਆ ਉਪਰਾਲਾ ਹੈ। ਜਦੋਂ ਅਸੀਂ ਇੱਥੇ ਏਅਰਪੋਰਟ ਤੇ ਆ ਕੇ ਉਤਰੇ ਤਾਂ ਮੇਰੇ ਨਿਆਣੇ ਕਹਿੰਦੇ ਇੱਥੇ ਆਣ ਕੇ ਸਾਨੂੰ ਭੋਰਾ ਇੱਦਾਂ ਮਹਿਸੂਸ ਨਹੀਂ ਹੋਇਆ ਵੀ ਅਸੀਂ ਕੈਨੇਡਾ ਆਏ ਹਾਂ, ਕਿਉਂਕਿ ਜਦੋਂ ਅਸੀਂ ਪਲੇਨ 'ਚੋਂ ਬਾਹਰ ਆਏ ਤਾਂ ਬਾਹਰ ਸਾਰਾ ਸਟਾਫ ਪੰਜਾਬੀ ਸੀਗਾ। ਈਵਨ ਕਿ ਜਦੋਂ ਅਸੀਂ ਸਟਾਰਬਕ ਤੇ ਕੌਫੀ ਦੇ ਲਈ ਖੜੇ ਹੋਏ ਤੇ ਉੱਥੇ ਵੀ ਸਾਰੇ ਜਣੇ ਪੰਜਾਬੀ ਸੀਗੇ ਤੇ ਇੰਨਾ ਸੋਹਣਾ ਉਹ ਕਹਿੰਦੇ ਸੀ ਆ ਜਾਓ ਗਰਮ ਗਰਮ ਕੌਫੀ ਪੀ ਲਓ। ਤੇ ਕਿੰਨਾ ਚੰਗਾ ਲੱਗਿਆ। ਇੱਦਾਂ ਲੱਗਿਆ ਜਿੱਦਾਂ ਉਹ ਸਮਾਂ ਜਾਂ ਇੱਦਾਂ ਕਹਿ ਲਓ ਵੀ ਸਾਡੇ ਬਜ਼ੁਰਗਾਂ ਦੀ ਉਹ ਰੀਝ ਪੂਰੀ ਹੋ ਗਈ ਵੀ ਕਦੀ ਸਾਡੇ ਤੇ ਕਿਸੇ ਨੇ ਰਾਜ ਕੀਤਾ ਸੀ ਤੇ ਅੱਜ ਸਾਡੇ ਕਿਸੇ ਉੱਤੇ ਰਾਜ ਕਰ ਰਹੇ ਆ। ਤੇ ਬੜੀ ਆਨੰਦ ਦੀ ਗੱਲ ਆ। ਔਰ ਮੈਂ ਬਹੁਤ ਸ਼ਲਾਘਾ ਕਰਦੀ ਹਾਂ ਇਸ ਪੂਰੀ ਪ੍ਰਬੰਧਕ ਕਮੇਟੀ ਦੀ, ਔਰ ਸਾਰੇ ਭੈਣ ਭਰਾ ਜਿਹੜੇ ਇੱਥੇ ਇਕੱਠੇ ਹੋਏ ਆ, ਜਿਹੜੇ ਪੁਰਜ਼ੋਰ ਮਿਹਨਤ ਕਰ ਰਹੇ ਆ। ਔਰ ਇਹ ਸੱਚੀ ਗੱਲ ਆ, ਜਿੱਦਾਂ ਬਾਬਾ ਜੀ ਹੋਣਾ ਨੇ ਕਿਹਾ ਕਿ ਸਾਨੂੰ ਆਪਣੀ ਜਿਹੜੀ ਪੀੜ੍ਹੀ ਆ ਉਹਨਾਂ ਨਿਆਣਿਆਂ ਨੂੰ ਆਪਣੀ ਮਾਤਰ ਭਾਸ਼ਾ ਜਿਹੜੀ ਆ ਉਹ ਸਿਖਾਉਣੀ ਚਾਹੀਦੀ ਆ, ਕਿਉਂਕਿ ਹੁਣ ਨਿਆਣੇ ਪੰਜਾਬੀ ਵੀ ਬਿੰਗੀ ਜਿਹੀ ਬੋਲਦੇ ਆ। ਪਰ ਦੇਖੋ, ਜੇ ਅਸੀਂ ਆਪਣੀ ਮਾਂ ਭਾਸ਼ਾ ਦੀ ਇੱਜ਼ਤ ਨਹੀਂ ਕਰਾਂਗੇ ਤਾਂ ਫਿਰ ਕੋਈ ਵੀ ਸਾਡੀ ਭਾਸ਼ਾ ਦੀ ਇੱਜ਼ਤ ਨਹੀਂ ਕਰੂਗਾ। ਪਰ ਜੇ ਅਸੀਂ ਮਾਣ ਦੇ ਨਾਲ ਆਪਣੀ ਭਾਸ਼ਾ ਬੋਲਾਂਗੇ ਤਾਂ ਫਿਰ ਅਸੀਂ ਆਪਣੀ ਭਾਸ਼ਾ ਜਿਹੜੀ ਬੋਲਦੇ ਆ, ਸਾਡੀ ਭਾਸ਼ਾ ਸਾਡੇ ਮਾਣ ਨੂੰ ਵਧਾਊਗੀ। ਔਰ ਮੈਂ ਜਦੋਂ ਵੀ ਪ੍ਰਚਾਰ ਕਰਨ ਦੇ ਲਈ ਕਿਤੇ ਜਾਂਦੀ ਆ, ਭਾਵੇਂ ਠੀਕ ਆ ਮੈਂ ਡਾਕਟਰੇਟ ਕੀਤੀ ਆ, PhD ਮੇਰੇ ਨਾਮ ਦੇ ਮੂਹਰੇ ਡਾਕਟਰ ਲੱਗਦਾ ਆ, ਪਰ ਮੈਂ ਬੜੇ ਮਾਣ ਦੇ ਨਾਲ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਪੰਜਾਬੀ ਵਿੱਚ ਹੀ ਪ੍ਰਚਾਰ ਕਰਦੀ ਹਾਂ। ਬੇਸ਼ੱਕ ਉਹ ਆਪਣਾ ਕੋਈ ਬੰਦਾ ਖੜਾ ਕਰਕੇ ਅਨੁਵਾਦ ਕਰਨ ਲਾ ਦੇਣ, ਕਿਉਂਕਿ ਮੈਨੂੰ ਪੰਜਾਬੀ ਹੋਣ 'ਤੇ ਮਾਣ ਆ। ਔਰ ਮੈਨੂੰ ਪਤਾ ਮੇਰੀ ਭਾਸ਼ਾ ਜਿਹੜੀ ਆ ਉਹ ਇੱਦਾਂ ਦੀ ਨਹੀਂ ਆ ਵੀ ਕਿਸੇ ਸਾਹਮਣੇ ਮੈਨੂੰ ਸ਼ਰਮਾਉਣਾ ਪਵੇ। ਸੋ ਮੈਂ ਚਾਹੇ ਬਲੈਕ ਵਿੱਚ ਜਾਵਾਂ, ਚਾਹੇ ਅਮਰੀਕਾ ਵਿੱਚ ਜਾਵਾਂ, ਕਿਧਰੇ ਵੀ ਜਾਵਾਂ, ਹਮੇਸ਼ਾ ਮੈਂ ਪੰਜਾਬੀ ਨੂੰ ਤਰਜੀਹ ਦਿੰਦੀ ਆ। ਤੇ ਮੈਨੂੰ ਬੜੀ ਖੁਸ਼ੀ ਆ ਇੱਥੇ ਇਸ ਚੀਜ਼ ਨੂੰ ਦੇਖ ਕੇ ਕਿ ਇੱਥੇ ਜਿਹੜਾ ਆ ਇੱਕ ਹੱਲਾ ਬੋਲਿਆ ਜਾ ਰਿਹਾ ਆ ਪੰਜਾਬੀ ਵਾਸਤੇ। ਤੇ ਮੈਂ ਯਕੀਨ ਕਰਦੀ ਆ ਕਿ ਸਿਰਫ ਆਪਾਂ ਭਾਸ਼ਾ ਵਾਸਤੇ ਹੀ ਨਹੀਂ, ਪਰ ਆਪਣੇ ਬੱਚਿਆਂ ਨੂੰ ਸੱਭਿਆਚਾਰ ਵਾਸਤੇ ਵੀ ਇੱਦਾਂ ਹੀ ਆਪਾਂ ਉਹਨਾਂ ਨੂੰ ਉਤਸ਼ਾਹਿਤ ਕਰਾਂਗੇ ਕਿ ਉਹ ਆਪਣੇ ਸੱਭਿਆਚਾਰ ਨੂੰ ਵੀ ਜਿਹੜਾ ਆ ਉਹਦੇ ਪਿੱਛੇ ਚੱਲਣ, ਔਰ ਸੱਭਿਆਚਾਰ ਦੇ ਵਿੱਚ ਬਣੇ ਰਹਿਣਾ ਉਹ ਪਸੰਦ ਕਰਨ। ਜਦੋਂ ਸਾਡੇ ਚਾਚਾ ਜੀ ਹੋਣੀ ਉਹ ਕਲੋਨਾ ਦੇ ਵਿੱਚ ਰਹਿੰਦੇ ਆ, ਉਹ ਆਏ ਸੀਗੇ ਔਰ ਉਹਨਾਂ ਨੇ ਇੰਨੀ ਸੋਹਣੀ ਗੱਲ ਸੁਣਾਈ। ਗੱਲ ਤਾਂ ਹਾਸੇ ਦੀ ਆ ਪਰ ਚੰਗੀ ਲੱਗੀ ਮੈਨੂੰ, ਮੈਂ ਤੁਹਾਡੇ ਨਾਲ ਜ਼ਰੂਰ ਉਹਨੂੰ ਸਾਂਝਾ ਕਰਨਾ ਚਾਹੁੰਦੀ ਹਾਂ। ਕਹਿੰਦੇ ਜਦੋਂ ਅਸੀਂ ਨਵੇਂ ਆਏ ਸੀਗੇ ਤਾਂ ਕਹਿੰਦੇ ਇੱਕ ਗੋਰੀ ਨੇ ਸੂਟ ਪਾਇਆ ਸੀਗਾ ਤੇ ਕਹਿੰਦੇ ਅਸੀਂ ਪਾਰਕ ਨੂੰ ਘੁੰਮਣ ਵਾਸਤੇ ਗਏ। ਕਹਿੰਦੇ ਮੈਂ ਆਪਣੇ ਦੋਸਤ ਨੂੰ ਕਿਹਾ ਓਏ ਦੇਖ ਗੋਰੀ ਨੇ ਸੂਟ ਪਾਇਆ ਆ,
ਤੇ ਕਹਿੰਦੇ ਉਹ ਪਿੱਛੇ ਪਲਟ ਕੇ ਦੇਖੀ, ਕਹਿੰਦੀ ਜੇ ਤੁਸੀਂ ਜੀਨਾ ਪਾ ਸਕਦੇ ਮੈਂ ਸੂਟ ਨਹੀਂ ਪਾ ਸਕਦੀ। ਉਹਨੇ ਪੰਜਾਬੀ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ। ਤੇ ਜਦੋਂ ਅਸੀਂ ਇੱਥੇ 에ਅਰਪੋਰਟ ਤੇ ਸੀ, ਮੈਂ ਨਿਆਣਿਆਂ ਨੂੰ ਕਿਹਾ, ਮੈਂ ਕਿਹਾ ਗੋਰੇ ਸਮਝ ਕੇ ਪੰਜਾਬੀ ਦੇ ਵਿੱਚ ਐਵੇਂ ਹੀ ਕੁਛ ਉਲਟਾ ਸਿੱਧਾ ਨਾ ਕਹਿ ਦਿਓ। ਇੱਥੇ ਪੰਜਾਬੀਆਂ ਨੇ ਇੰਨਾ ਕੁ ਆਪਣਾ ਹੱਲਾ ਬੋਲ ਦਿੱਤਾ ਆ, ਇੰਨਾ ਕੁ ਪੰਜਾਬੀਆਂ ਨੇ ਆਪਣੀ ਛਾਪ ਗੋਰਿਆਂ ਦੇ ਦਿਲਾਂ ਤੇ ਛਾਪ ਦਿੱਤੀ ਵੀ ਹੁਣ ਗੋਰੇ ਵੀ ਪੰਜਾਬੀ ਸਮਝਦੇ ਤੇ ਬੋਲਦੇ ਆ। ਸੋ ਮੈਨੂੰ ਬਹੁਤ ਮਾਣ ਆ ਕੈਨੇਡਾ ਦੇ ਪੰਜਾਬੀਆਂ ਦੇ ਉੱਤੇ, ਜਿਨ੍ਹਾਂ ਨੇ ਆਪਣੀ ਭਾਸ਼ਾ ਨੂੰ ਉੱਚਿਆ ਕੀਤਾ ਆ। ਲੱਗੇ ਰਹੋ, ਜ਼ਰੂਰ ਤੁਸੀਂ ਜਿੱਤੋਗੇ। ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਣ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਥੈਂਕ ਯੂ ਡਾਕਟਰ ਸਾਹਿਬ, ਜਿਹਨੇ ਬਹੁਤ ਵਧੀਆ ਪੰਜਾਬੀ ਬੋਲੀ ਬਾਰੇ ਦੱਸਿਆ। ਮੈਨੂੰ ਇੱਕ ਗੱਲ ਤੁਹਾਡਾ ਸ਼ੇਅਰ ਕਰਕੇ ਬੜੀ ਖੁਸ਼ੀ ਹੋਊਗੀ ਕਿ ਸਾਡਾ ਕੋਈ ਇੱਥੇ ਪਰਿਵਾਰ ਸੀ, ਉਹਨਾਂ ਦੇ ਮੁੰਡੇ ਕੁੜੀ ਦਾ ਰਿਸ਼ਤਾ ਹੋਣ ਲੱਗਾ, ਪੱਕੇ ਹੋ ਗਏ ਰਿਸ਼ਤੇ, ਗੱਲਬਾਤ ਹੋ ਗਈ। ਤਾਂ ਕੁੜੀ ਦਾ ਫਾਦਰ ਜਿਹੜਾ ਸੀ, ਮੁੰਡੇ ਦੇ ਫਾਦਰ ਨੂੰ ਕਹਿੰਦਾ ਕਿ ਸਰਦਾਰ ਜੀ ਤੁਹਾਡੀ ਕੋਈ ਡਿਮਾਂਡ, ਤੁਸੀਂ ਮੁੰਡਾ ਵਿਆਹੁਣਾ? ਉਹ ਕਹਿੰਦਾ ਜੀ ਮੇਰੀਆਂ 3 ਡਿਮਾਂਡਾਂ ਆ, ਸੁਣਿਓ ਖਿਆਲ ਨਾਲ ਅਤੇ ਗੌਰ ਜ਼ਰੂਰ ਕਰਿਓ। ਉਹ ਕਹਿੰਦੇ ਜੀ ਦੱਸੋ? ਕਹਿੰਦੇ ਜੀ ਪਹਿਲੀ ਡਿਮਾਂਡ ਮੇਰੀ ਇਹ ਆ ਕਿ ਬੱਚੀ ਨੂੰ ਕਹਿਣਾ ਡਰੈਸਅਪ ਇੱਦਾਂ ਨਾ ਹੋਵੇ ਕਿ ਮੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ। ਦੂਸਰੀ ਮੇਰੀ ਬੇਨਤੀ ਇਹ ਆ ਕਿ ਬੱਚੀ ਨੂੰ ਇਹ ਕਹਿਣਾ ਆਉਣ ਵਾਲੀ ਜਨਰੇਸ਼ਨ ਨੂੰ ਪੰਜਾਬੀ ਨਾਲ ਜੋੜ ਕੇ ਰੱਖੇ, ਸਿੱਖ ਧਰਮ ਨਾਲ ਜੋੜ ਕੇ ਰੱਖੇ। ਅਤੇ ਮੇਰੀ ਅਖੀਰਲੀ ਬੇਨਤੀ ਆ ਕਿ ਆਪਣਾ ਕਲਚਰ ਨਾ ਭੁਲਾਇਓ, ਆਪਣਾ ਕਲਚਰ ਬਹੁਤ ਜ਼ਰੂਰੀ ਆ। ਹੁਣ ਮੈਂ ਆਪਣੇ ਛੋਟੇ ਵੀਰ, ਅਹੁਦੇ 'ਚ ਬਹੁਤ ਵੱਡੇ ਆ, ਤਾਂ ਉਮਰ 'ਚ ਛੋਟੇ ਆ, ਸਰਦਾਰ ਕੁਲਵਿੰਦਰ ਸਿੰਘ ਜੀ ਥਿਆੜਾ, AIG ਰਿਟਾਇਰਡ ਪੰਜਾਬ ਪੁਲਿਸ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜੋ ਕਿ ਇੰਡੀਆ 'ਚ ਰਹਿ ਕੇ ਪੁਲਿਸ ਦੇ ਮਹਿਕਮੇ ਦੀ ਸਰਵਿਸ ਕਰਕੇ ਕਲਚਰ ਨਾਲ, ਪੰਜਾਬੀ ਬੋਲੀ ਨਾਲ ਜੁੜੇ ਹੋਏ ਹਨ। ਅਤੇ ਮੈਂ ਸਰਦਾਰ ਅਜੈਬ ਸਿੰਘ ਚੱਠਾ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਮੈਨੂੰ ਸਰਦਾਰ ਜੀ ਦੇ 3 ਸਾਲ ਪਹਿਲਾਂ ਇੱਥੇ ਮਿਲਾਪ ਕਰਾਇਆ ਸੀ, ਕਿਉਂਕਿ ਮੈਨੂੰ ਅੱਜ 50 ਸਾਲ ਹੋ ਗਿਆ ਸਨ, ਇਸ ਕਰਕੇ ਸਾਡੀ ਬਾਤ ਵੀ ਨਹੀਂ ਹੋ ਸਕੀ। ਮੈਂ ਬਹੁਤ ਪ੍ਰਾਊਡ ਫੀਲ ਕਰਦਾ ਕਿ ਸਾਡਾ ਛੋਟਾ ਭਾਈ ਇੰਨੇ ਵੱਡੇ ਰੁਤਬੇ 'ਤੇ ਸੇਵਾ ਕੀਤੀ ਆ ਅਤੇ ਪੰਜਾਬੀ ਨਾਲ ਜੁੜੇ ਹੋਣ। ਸਰਦਾਰ ਕੁਲਵਿੰਦਰ ਸਿੰਘ ਜੀ ਥਿਆੜਾ, ਆਓ ਜੀ ਸਰਦਾਰ। थैंक यू सरदूल जी। स्टेज पे बैठे सारे पतवंते सज्जन और श्रोतागण, सारिਆਂ ਨੂੰ प्यार भरी सत श्री अकाल। वाहिगुरू जी का खालसा, वाहिगुरू जी की फतेह। बहुत ही प्यारे माहौल 'ਚ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ। ਸਭ ਤੋਂ ਪਹਿਲੋਂ ਮੈਂ ਵਰਲਡ ਪੰਜਾਬੀ ਕਾਨਫਰੰਸ ਦੇ ਜੇ ਸਾਰੇ ਜਿਹੜੇ ਆਰਗੇਨਾਈਜ਼ਰ ਆ, ਸਰਦਾਰ ਅਜੈਬ ਸਿੰਘ ਜੀ ਚੱਠਾ, ਸਰਦੂਲ ਸਿੰਘ ਜੀ ਥਿਆੜਾ ਔਰ ਉਹਨਾਂ ਦੀ ਸਾਰੀ ਟੀਮ, ਜਿਨ੍ਹਾਂ ਨੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਔਰ ਪਿਛਲੇ ਕਰੀਬ 15-16 ਸਾਲ ਤੋਂ ਪੰਜਾਬੀ ਦੇ ਪ੍ਰਸਾਰ ਔਰ ਪ੍ਰਚਾਰ ਲਈ ਹਮਲਾ ਮਾਰ ਰਹੇ ਆ। ਸੋ ਮੈਂ ਉਹਨਾਂ ਨੂੰ ਇਸ ਕਾਰਜ ਲਈ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ, ਵਧਾਈ ਦੇ ਪਾਤਰ ਆ। क्योंकि जिस तरह सारे बुलारिया ने दसिया कि पंजाबी जो मैं समझदा कि अलोप हो रही है, उसनूं जीवित रखने लई अजिहे हमले सानूं सारिਆਂ ਨੂੰ मारने पैणगे। जिस तरह मैडम दस के गए हैं कि आप सारे ज़्यादा इत्थे चिट्टियां दाड़ियां वाले बैठे हैं, साडे बच्चे बहुत घट इंटरस्ट रखते हैं पंजाबी दे विच। और मैं समझदा कि साडा फर्ज बनता है, क्योंकि साडे कोल टाइम भी है, साडे जिहड़े बच्चे आ वो कम्मां कारां दे विच रुझे होए आ, उन्हां कोल टाइम घट आ, वो बच्चिआं नूं टाइम घट दे सकदे आ। और असीं सारे भी हंबला मारीए, अपने बच्चिआं नूं पंजाबी नाल, अपने विरसे नाल जोड़िए, ताकि जिहड़ी साडी मां बोली पंजाबी है उसका प्रसार हो सके। सो मैं एक बार फिर इस वर्ल्ड पंजाबी ऑर्गेनाइजेशन के सारे जो पतवंते सज्जन ऑर्गेनाइजर है उन्होंने बधाई देना और उन्होंने धन्यवादी भी हाँ कि उन्होंने अज मैनू इत्थे बुला के तुहाडे सारिਆਂ ਦੇ दर्शन करने का मौका दिता। वाहिगुरू जी का खालसा, वाहिगुरू जी की बहुत बहुत मेहरबानी सरदार कुलविंदर सिंह जी।
ਡਾਕਟਰ ਸਿਮਰਨਜੀਤ ਕੌਰ ਇੱਥੇ ਹੁਣ ਉਹ ਸਟੇਜ 'ਤੇ ਆਏ ਨੇ। ਡਾਕਟਰ ਸਿਮਰਨਜੀਤ ਕੌਰ ਜੋ ਕਿ ਇੰਦਰਵੀਰ ਸਿੰਘ ਜੀ ਨਿੱਜਰ ਸਾਹਿਬ ਦੇ ਬੇਟੀ ਹਨ, ਅਤੇ ਸਰਦਾਰ ਇੰਦਰਵੀਰ ਸਿੰਘ ਜੀ ਨਿੱਜਰ ਚੀਫ ਖਾਲਸਾ ਦੀਵਾਨ ਸੁਸਾਇਟੀ ਜੋ ਅੰਮ੍ਰਿਤਸਰ ਹੈ ਉਹਦੇ ਮੁੱਖ ਸੇਵਾਦਾਰ ਹਨ। ਹੁਣ ਮੈਂ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੂੰ ਬੇਨਤੀ ਕਰੂੰਗਾ, ਉਹ ਤੁਹਾਡੇ ਸਾਰਿਆਂ ਦੇ ਸਨਮੁਖ ਹੋਣ। ਸਰਦਾਰ ਸਰਬਜੀਤ ਸਿੰਘ ਜੀ ਵਿਰਕ। ਦੋਸਤੋ, ਮਿੱਤਰੋ, ਭੈਣੋਂ ਤੇ ਭਰਾਵੋ, ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਵਡਭਾਗਾ ਜਦੋਂ ਅਸੀਂ ਦੁਨੀਆ ਦੇ ਕੋਨੇ-ਕੋਨੇ ਤੋਂ ਇੱਥੇ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਕੇ ਪੰਜਾਬੀ ਦੇ ਵਿਕਾਸ ਦੀ ਗੱਲ ਕਰ ਰਹੇ ਹਾਂ। ਮੇਰੇ ਉਸਤਾਦ ਸਾਡੇ ਰਾਧਾ ਸਾਹਿਬ ਡਾਕਟਰ ਦਲਜੀਤ ਸਿੰਘ ਹੋਰੀ ਮੰਚ 'ਤੇ ਸੁਸ਼ੋਭਿਤ ਨੇ, ਜਿਨ੍ਹਾਂ ਦੀ ਛਤਰਛਾਇਆ ਅਸੀਂ ਹੇਠਾਂ ਅਸੀਂ ਆਪਣੀ ਜ਼ਿੰਦਗੀ ਨੂੰ ਸ਼ੁਰੂ ਕੀਤਾ, ਤੁਹਾਨੂੰ ਮੁਖਾਤਬ ਵੀ ਹੋਏ। ਔਰ ਇਹਨਾਂ ਦੀਆਂ ਸਿੱਖਿਆਵਾਂ ਦੇ ਵਿੱਚੋਂ ਇੱਕ ਸਿੱਖਿਆ ਜਿਹੜੀ ਅਸੀਂ ਲਈ ਉਹ ਇਹ ਸੀ ਵੀ ਆਪਣੀ ਮਾਂ ਬੋਲੀ ਅਤੇ ਆਪਣਾ ਸੱਭਿਆਚਾਰ ਕਦੇ ਨਹੀਂ ਭੁੱਲਣਾ, ਅਤੇ ਜਿੰਨਾ ਹੋ ਸਕੇ ਆਪਣੇ ਕੰਮਾਂ ਦੇ ਵਿੱਚੋਂ ਸਮਾਂ ਕੱਢ ਕੇ ਇਹਦੀ ਪ੍ਰਫੁੱਲਤਾ ਲਈ ਕੰਮ ਕਰਨਾ। ਅਸੀਂ ਹਮੇਸ਼ਾ ਹੀ ਇਸ ਸਬਕ ਨੂੰ ਯਾਦ ਰੱਖਿਆ, ਅਤੇ ਬੇਸ਼ੱਕ ਮੈਂ ਕਾਨੂੰਨ ਦਾ ਵਿਸ਼ਾ ਚੁਣਿਆ, ਉਹਦੇ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ, ਪਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਮੇਰਾ ਮਨ ਹਮੇਸ਼ਾ ਉਤਸੁਕ ਰਿਹਾ, ਅਤੇ ਮੈਂ 4 ਕਿਤਾਬਾਂ ਜਿਹੜੀਆਂ ਪੰਜਾਬੀ ਦੀਆਂ ਉਹ ਮਾਂ ਬੋਲੀ ਦੀ ਝੋਲੀ 'ਚ ਪਾਈਆਂ। ਜਦੋਂ ਅਸੀਂ ਪੰਜਾਬੀ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ ਇੱਕ ਲੰਬਾ ਲੇਖ ਲਿਖਿਆ ਸੀ ਇਸ ਵਿਸ਼ੇ 'ਤੇ ਵੀ ਜਿਹੜੀ ਪੰਜਾਬੀ ਦੀ ਲਿਪੀ ਦੇ ਭਾਸ਼ਾ ਦੀ ਸਮੱਸਿਆ ਬਾਰੇ। ਉਹਦੇ ਵਿੱਚ ਇੱਕ ਖਾਸ ਚੀਜ਼ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਇਹ ਪੰਜਾਬੀ ਦਾ ਵਿਕਾਸ ਤਾਂ ਹੀ ਹੋ ਸਕਦਾ ਜੇ ਅਸੀਂ ਇਸ ਨੂੰ ਧਰਮਾਂ, ਜਾਤਾਂ, ਗੋਤਾਂ ਤੋਂ ਬਾਹਰ ਲੈ ਕੇ ਆਈਏ। ਜਿਵੇਂ ਬਾਬਾ ਜੀ ਨੇ ਵੀ ਇਹ ਇਸ਼ਾਰਾ ਕੀਤਾ ਸੀ ਕਿ ਪੰਜਾਬੀ ਜਿਹੜੀ ਹੈ ਸਾਡੀ ਦੁਨੀਆ ਦੀ ਭਾਸ਼ਾ, ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈ ਉਹ ਇਸ ਨੂੰ ਬੋਲਣ ਅਤੇ ਸਮਝਣ ਵਾਲੇ ਹੈ। 7 ਕਰੋੜ ਲੋਕ ਤਾਂ ਪਾਕਿਸਤਾਨ 'ਚ ਬੈਠੇ ਆ, ਤਾਂ ਇਹ ਉਹਦੀ ਪ੍ਰਫੁੱਲਤਾ ਲਈ ਸਾਡੇ ਸਾਂਝੇ ਜਿਹੜੇ ਯਤਨ ਨੇ ਉਹ ਬਹੁਤ ਜ਼ਰੂਰੀ ਨੇ। ਇਸੇ ਤਰ੍ਹਾਂ ਕੱਲ੍ਹ ਕਾਇਦਾ ਨੂਰ ਦੀ ਗੱਲ ਵੀ ਚੱਲ ਰਹੀ ਸੀ, ਚੱਠਾ ਸਾਹਿਬ ਨੇ ਦੱਸਿਆ ਵੀ ਕਾਇਦਾ ਨੂਰ ਜਿਹੜਾ ਹੈਗਾ ਸਾਡਾ ਤਿਆਰ ਹੋ ਰਿਹਾ ਹੈ। ਤਾਂ ਮੈਂ ਉੱਥੇ ਦੇਖਦਾ ਜਦੋਂ ਸਾਡੇ ਪੰਜਾਬ ਦੇ ਵਿੱਚ ਬੱਚਿਆਂ ਨੂੰ, ਤਾਂ ਉਹਨਾਂ ਨੂੰ ਪੰਜਾਬੀ ਤਾਂ ਥੋੜ੍ਹੀ ਬਹੁਤੀ ਜਿਹੜੀ ਹੈਗੀ ਹੈ ਉਹ ਸਿੱਖਣ ਲਈ ਮਿਲਦੀ ਹੈ ਆਪਣੇ ਸਿਲੇਬਸ ਦੇ ਵਿੱਚੋਂ, ਪਰ ਉਹ ਜਿਹੜਾ ਅੰਕ ਗਣਿਤ ਹੈ, ਮਤਲਬ ਕਿ ਹਿਸਾਬ ਹੈ, ਉਹ ਨਹੀਂ ਕਰ ਸਕਦੇ ਪੰਜਾਬੀ ਦੇ ਵਿੱਚ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ 59 ਨੂੰ ਕੀ ਕਹਿੰਦੇ ਆ, 99, 45, 35 ਨੂੰ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ, ਭੁੱਲ ਗਏ ਆ। ਉਹ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਦੱਸੋ ਬੱਚਿਆਂ ਨੂੰ ਤਾਂ ਉਹ ਸਮਝ ਲੈਂਦੇ ਆ। ਜਦੋਂ ਫੋਨ ਆਉਂਦਾ ਕੋਈ ਕਹਿੰਦਾ ਹੈਗਾ ਮੇਰਾ ਨੰਬਰ ਨੋਟ ਕਰੋ, ਤਾਂ ਨੋਟ ਨਹੀਂ ਕਰ ਸਕਦੇ। ਤਾਂ ਮੈਂ ਚਾਹਾਂਗਾ ਵੀ ਜਿਵੇਂ ਸਾਡੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਉਹਨਾਂ ਕਾਇਦਿਆਂ ਦੇ ਪਿੱਛੇ ਜਿਹੜੀ ਗਿਣਤੀ ਸੀ ਉਹ ਪੰਜਾਬੀ ਦੇ ਵਿੱਚ ਦਿੱਤੀ ਹੁੰਦੀ ਸੀ। ਹੁਣ ਤੁਸੀਂ ਪੰਜਾਬ ਦੇ ਵਿੱਚ ਜਾਓਗੇ, ਕਿਸੇ ਕਾਇਦੇ ਦੇ ਵਿੱਚ ਗਿਣਤੀ ਪੰਜਾਬੀ 'ਚ ਨਹੀਂ ਹੁੰਦੀ ਦਿੱਤੀ ਹੋਈ। ਤਾਂ ਉਹ ਇੱਕ ਪਾਰਟ ਜਿਹੜਾ ਹੈਗਾ ਉਹ ਜ਼ਰੂਰ ਇਸ ਕਾਇਦੇ ਨੂਰ ਦੇ ਵਿੱਚ ਸ਼ਾਮਲ ਕਰਨ, ਉਹ ਕਿ ਸਾਰੇ ਜਿਹੜੇ ਪੰਜਾਬੀ ਨੇ ਉਹ ਘੱਟੋ ਘੱਟ ਗਿਣਤੀ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਜ਼ਰੂਰ ਸਿੱਖ ਲੈਣ। ਪੰਜਾਬੀ ਬੜੀ ਪਿਆਰੀ ਭਾਸ਼ਾ ਹੈ, ਤਾਂ ਮੈਨੂੰ ਗਾਹੇ ਬਗਾਹੇ ਆਪਾਂ ਨੂੰ ਇਸ ਚੀਜ਼ ਦੀਆਂ ਉਦਾਹਰਨਾਂ ਮਿਲਦੀਆਂ ਰਹਿੰਦੀਆਂ ਨੇ। ਸਾਡੇ ਡਾਕਟਰ ਪ੍ਰਕਾਸ਼ਮ ਜੀ ਮੇਰੇ ਗਾਈਡ ਸੀਗੇ ਐਮਫਿਲ ਦੇ, ਉਹ ਹੈਦਰਾਬਾਦ ਨੂੰ ਬਿਲੋਂਗ ਕਰਦੇ ਸੀ। ਤਾਮਿਲ ਉੱਥੇ ਭਾਸ਼ਾ ਬੋਲੀ ਜਾਂਦੀ ਹੈਗੀ ਹੈ, ਤੇਲਗੂ ਭਾਸ਼ਾ ਬੋਲੀ ਜਾਂਦੀ ਹੈ। ਤਾਂ ਉੱਥੇ ਜਦੋਂ ਸਾਡੀ ਕਾਨਫਰੰਸ ਸੀ ਐਡਵੋਕੇਟਸ ਦੀ ਉੱਥੇ ਹੈਦਰਾਬਾਦ, ਅਤੇ ਮੈਂ ਜਾਣਾ ਸੀ ਉੱਥੇ, ਉਹ ਕਹਿੰਦੇ ਵੀ ਮੈਨੂੰ ਮਿਲ ਕੇ ਜਾਣਾ। ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ ਤਾਂ ਮੈਂ ਜਿਵੇਂ ਆਪਾਂ ਆਮ ਹੁੰਦਾ ਵੀ ਜੇ ਕੋਈ ਯੂਪੀ ਦਾ ਬੰਦਾ ਮਿਲਦਾ, ਬਿਹਾਰ ਦਾ ਮਿਲਦਾ, ਆਪਾਂ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ। ਉਹ ਇੱਧਰੋਂ ਆਪਣੇ ਅੰਗਰੇਜ਼ ਮਿਲ ਗਏ ਆਪਾਂ ਨੂੰ ਤਾਂ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ। ਤਾਂ ਉਹ ਕਹਿਣ ਲੱਗੇ, ਸਰਬਜੀਤ ਸਿੰਘ, ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਜੇ ਤੁਸੀਂ ਮੇਰੇ ਨਾਲ ਪੰਜਾਬੀ 'ਚ ਗੱਲ ਕਰਦੇ,
क्योंकि मैं उत्थे पंजाबी जिहड़ा 3 साल रहा तो मैं पंजाबी सीख के आया तो मैनू चाह सीगा भी तुसीं मेरे नाल पंजाबी च गल करोगे तो मेरी पंजाबी जिहड़ी है मुड़ के वो जिहड़ी है मैनू याद आ जाएगी सारी। तो तुसीं जिहड़ा हैगा हुण मेरे नाल जिन्ने दिन रहना हैगा इत्थे सारे पंजाबी च गल करन मेरे नाल। मैनू बड़ी इस गल दी मतलब होया भी असीं आपदी भाशा जिहड़ी हैगी जदों दूजा बंदा मिलदा सानू जिस तरह दा मिलदा असीं ਉਹਦੇ ਚ रंगे जाने ਅਸੀਂ ਆਪਦਾ ਜਿਹੜਾ रंग छड्ड ਦਿੰਦੇ हैं। ਤੇ ਘਰਦਿਆਂ ਦੀ ਬਾਬੇ ਦੀ ਤੀਜੀ ਪੀੜ੍ਹੀ ਤੋਂ ਕਿਸੇ ਵਿੱਚ ਇੱਥੇ ਰਹਿੰਦੀ। ਸੋ ਮੈਂ ਤਾਂ ਨਹੀਂ ਕਹਿਣਾ ਵਾ ਇਹ ਬਹੁਤ ਜ਼ਿਆਦਾ ਲੋਕ ਕਰੀ ਜਾਂਦੇ ਆ ਜਦੋਂ ਵੀ ਕਦੇ ਆਪਾਂ ਮਿਲਦੇ ਆ ਮੀਟਿੰਗਾਂ ਦੇ ਵਿੱਚ ਤੇ ਜਾਂ ਕਿਤੇ ਜਾਂਦੇ ਆ ਕੋਈ ਨਾ ਕੋਈ ਫੰਕਸ਼ਨ ਕਰਦੇ ਆ ਪੱਗਾਂ ਬਣਾਉਂਦੇ ਆ ਆਪਾਂ ਸਿੱਖਾਂ ਇਹਨਾਂ ਦੇ ਪੋਲੀਟੀਸ਼ੀਅਨਾਂ ਦੇ। ਇੱਕ ਵਾਰ ਮੈਂ ਸੈਕਰਾਮੈਂਟੋ ਵਿਸਾਖੀ ਮੇਲਾ ਬਣਾਇਆ ਸੀ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਉਹਨੂੰ ਸਾਰਿਆਂ ਬੰਦਿਆਂ ਦੇ ਜਿੰਨੇ MP ਸੀ ਜਾਂ ਕਾਂਗਰਸ ਅਸੈਂਬਲੀਮੈਨ ਹੁੰਦੇ ਆ ਸਾਡੇ ਉਹਨਾਂ ਦੀ ਪੱਗਾਂ ਬੰਨ੍ਹਤੀਆਂ। ਮੈਂ ਵੀ ਕਿਹਾ ਯਾਰ ਮੇਰਾ ਵੀ ਇਲਾਕੇ ਦਾ ਅਸੈਂਬਲੀਮੈਨ ਆ ਉਹ ਸੱਦ ਜਾਈਏ ਆਪਾਂ ਉਹਦੇ ਬੰਨ੍ਹਤੀ ਅਸੀਂ। ਸੋ ਹੁਣ ਮੈਨੂੰ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਨਾ ਵੀ ਮੈਂ ਇੱਥੇ ਆਇਆ ਤਾਂ ਕੀ ਫਰਕ ਪੈਂਦਾ ਹੈ ਇਹਦੇ ਮੇਲੇ ਲੱਗ ਜਾਂਦੇ ਆ ਕਈ ਵਾਰ। ਮੈਨੂੰ ਆ ਥੋੜ੍ਹੇ ਦਿਨ ਹੋਇਆ ਉੱਥੇ ਬੇਕਰਸਫੀਲਡ ਸਾਡੇ ਸ਼ਹਿਰ 'ਚ ਫਰੀਦਕੋਟ ਤੋਂ ਥੋੜ੍ਹੀ ਦੂਰ ਹੈ ਉੱਥੇ ਉਹਨਾਂ ਨੇ ਵਿਸਾਖੀ ਮੇਲਾ ਬਣਾਇਆ ਸੀ ਮੈਨੂੰ ਜਾਣ ਦਾ ਮੌਕਾ ਮਿਲਿਆ ਅਤੇ ਉੱਥੇ ਇੱਕ ਜਿਹੜੀ ਮੇਅਰ ਹੈ ਉਹਦੀ ਕੀ ਹੈ ਬੇਕਰਸਫੀਲਡ ਦੀ ਅਤੇ ਇੱਕ ਉਹਨੇ ਭਾਈ ਸਾਹਿਬ ਨੇ ਅਸੈਂਬਲੀਮੈਨ ਸੱਦਿਆ ਹੋਇਆ ਸੀ ਤੇ ਉਹਨਾਂ ਨੇ ਪੰਜਾਬੀ ਸੂਟ ਪਾਏ ਹੋਏ ਦੋਨਾਂ ਨੇ ਕੁੜੀਆਂ ਨੇ ਤਿੰਨਾਂ ਨੇ ਇਹ ਲੇਕਿਨ ਵੀ ਜਮਾਂ ਹੀ ਪੰਜਾਬ ਤੋਂ ਆਏ ਆ। ਫਿਰ ਉਹਨਾਂ ਨੇ ਕੌਡੀ ਦਾ ਮੈਂ ਸੀ ਉਹ ਜਿਹੜੀ ਚੀਨਨ ਸੀ ਨਾ ਬੀਤਨਾ ਕੋਈ ਮੇਰਾ ਖਿਆਲ ਆ ਉਹ ਕਹਿੰਦੀ ਮੈਂ ਕੌਡੀ ਪਾਉਣੀ ਆਉਂਦੀ ਹੈ। ਪਹਿਲੀ ਵਾਰ ਮੈਂ ਦੇਖਿਆ ਉਹ ਕੁੜੀ ਨਾਲ ਛੱਡ ਕੇ ਕਹਿੰਦੀ ਵੀ ਮੈਂ ਉਹਨਾਂ ਨਾਲ ਫੋਟੋ ਵੱਟ ਚਾਹੀ। ਸੋ ਪੰਜਾਬੀ ਦੀ ਬਹੁਤ ਜ਼ਿਆਦਾ ਪ੍ਰਫੁੱਲਤ ਹੁੰਦੀ ਹੈ ਪਰ ਜਦੋਂ ਉਨੀ ਹੀ ਹੁੰਦੀ ਹੈ ਕਿ ਜਦੋਂ ਥੋੜ੍ਹੇ ਜਿਹੇ ਇਕੱਠੇ ਹੁੰਦੇ ਆ। ਐਵੇਂ ਨਹੀਂ ਲੱਗਦਾ ਆਪਾਂ ਨੂੰ ਵੀ ਇੱਥੇ ਨਹੀਂ ਆਏ ਅੱਜ ਪਰ ਜਦੋਂ ਕੋਈ ਇਹਦੇ ਹੋਰ ਖੁਸ਼ੀ ਦੇ ਮੇਲੇ ਹੁੰਦੇ ਆ ਜਾਂ ਗਾਉਣ ਵਾਲੇ ਆ ਜਾਂ ਹੋਰ ਕੁਛ ਸਮਾਨ ਹੁੰਦਾ ਬੜੇ ਲੋਕ ਇਕੱਠੇ ਹੁੰਦੇ ਆ ਔਰ ਪੰਜਾਬੀ ਬੋਲਦੇ ਆ। ਇਹ ਬੋਲਦੇ ਰਹਿਣਗੇ ਮੇਰਾ ਖਿਆਲ ਹੈ। ਜਿਹੜਾ ਇਹ ਪ੍ਰਬੰਧ ਕੀਤਾ ਇਹਨਾਂ ਦਾ ਵਾ ਜਿਹੜੀ ਇੱਥੇ ਦੀ ਇਸ ਚੱਠਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਸਭ ਤੋਂ ਜ਼ਿਆਦਾ ਮੈਂ ਇਹਨਾਂ ਨੇ ਉੱਥੇ ਕਾਨਫਰੰਸ ਕਰਾਈ ਸੀ ਪਟਿਆਲੇ ਪਹਿਲੀ ਵਾਰ ਮੈਂ ਇਹਨਾਂ ਨੂੰ ਮਿਲਿਆ ਅਤੇ ਮੇਰੀ ਇਹਨਾਂ ਨਾਲ ਰਿਸ਼ਤੇਦਾਰੀ ਵੀ ਨਿਕਲੇ ਅਤੇ ਢਿੱਲੋਂ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਇੱਥੇ ਅਤੇ ਡਾਕਟਰ ਸਾਹਿਬ ਨਾਲ ਤਾਂ ਰਿਸ਼ਤੇਦਾਰੀ ਵੀ ਹੈ ਅਤੇ ਇਹਨਾਂ ਨੂੰ ਅਸੀਂ ਕਾਨਫਰੰਸ ਕਰਾਈ ਸੀ ਉਦੋਂ ਵੀ ਸੱਦਿਆ ਸੀ ਅਤੇ ਬੜੀ ਸੇਵਾ ਕਰਦੇ ਆ ਕਦੋਂ ਵੀ ਹੋਣ ਯਾਦ ਕਰੋ ਸਾਰੇ ਆਉਂਦੇ ਰਹਿੰਦੇ ਆ ਉੱਥੇ। ਇਹ ਸਾਰੇ ਜਿੰਨੇ ਵੀ ਤੁਸੀਂ ਦਿਖਦੇ ਹੋ ਜਿੰਨੇ ਵੀ ਬੈਠੇ ਹੋ ਮੈਨੂੰ ਤਾਂ ਹੀ ਲੱਗਦਾ ਕਿ ਤੁਸੀਂ ਸਾਰੇ ਹੀ ਵੱਧ ਤੋਂ ਵੱਧ ਸੇਵਾ ਕਰਦੇ ਹੋ ਅਤੇ ਹੁੰਦੀ ਰਹਿਣੀ ਹੈ। ਇਸ ਤਰ੍ਹਾਂ ਹੀ ਆਪਾਂ ਥੋੜ੍ਹੀ ਬਹੁਤੀ ਮਦਦ ਕਰਦੇ ਰਹੀਏ ਥੋੜ੍ਹੀ ਬਹੁਤੀ ਕਿਉਂ ਜ਼ਿਆਦਾ ਕਰੀ ਜਾਈਏ ਉਹਦੇ ਨਾਲ ਹੀ ਆਪਣੀ ਜ਼ੁਬਾਨ ਸੱਭਿਆਚਾਰ ਜਿੰਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਢਿੱਲੋਂ ਨੂੰ ਕਰਦੀ ਸੀ ਹੁਣ ਵੀ ਕਰਾਂਗੇ। ਹੁਣ ਜਿਹੜੇ ਇਹਨਾਂ ਨੇ ਕਹਿੰਦਾ ਬਣਾਇਆ ਉਹ ਮੈਂ ਆਪ ਹੀ ਕਰ ਦਾਂਗੇ। ਹੁਣ ਉਹ ਤਾਂ ਫਿਰ ਚੰਗਾ ਨਹੀਂ ਲੱਗਦਾ ਬੜਾ ਜਿੰਨੀ ਤੁਹਾਡੀ ਅੱਗੇ ਸੇਵਾ ਕੀਤੀ ਹੈ ਉਹ ਨਹੀਂ ਕਰ ਦਾਂਗੇ। ਮੇਰੇ ਮਨ ਵਿੱਚ ਇਸ ਤਰ੍ਹਾਂ ਇਹ ਢਿੱਲੋਂ ਨੂੰ ਮੈਂ